ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਦੇ ਵਿੱਚ ਵਿਵਾਦ ਨਜ਼ਰ ਆਇਆ। ਪੁਲਿਸ ਅਤੇ ਆਮ ਆਦਮੀ ਪਾਰਟੀ ਦੀ ਲੀਡਰ ਮੰਜੂ ਰਾਣਾ ਦੇ ਵਿੱਚ ਤਕਰਾਰ ਨਜ਼ਰ ਆਈ ਹੈ। ਸੁਨਿਆਰੇ ਦੀ ਦੁਕਾਨ ਦੀ ਤਲਾਸ਼ੀ ਨੂੰ ਲੈ ਕੇ ਵਿਵਾਦ ਹੋਇਆ ਸਾਰਾ। ਮੰਜੂ ਰਾਣਾ ਨੇ ਦੁਕਾਨ ਦੀ ਤਲਾਸ਼ੀ ਨਹੀਂ ਲੈਣ ਦਿੱਤੀ। ਮੰਜੂ ਰਾਣਾ ਦਾ ਨਜ਼ਦੀਕੀ ਸੀ ਦੁਕਾਨਦਾਰ, ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਇੱਕ ਚੋਰ ਨੇ ਦੱਸੀ ਕਿ ਦੁਕਾਨ ਤੇ ਸੋਨਾ ਵੇਚਿਆ ਸੀ, ਕਿਉਂਕਿ ਸੋਨੇ ਦੀਆਂ ਚੋਰੀਆਂ ਅਮੂਮਨ ਤੌਰ ਤੇ ਵੱਧ ਚੁੱਕੀਆਂ ਨੇ। ਸੋ ਜਿਸ ਤੋਂ ਬਾਅਦ ਚੈਕਿੰਗ ਕਰਨ ਆਈ ਸੀ ਪੁਲਿਸ। ਉਸੇ ਸੰਬੰਧ ਦੇ ਵਿੱਚ ਪੁਲਿਸ ਨੇ ਤਲਾਸ਼ੀ ਲੈਣੀ ਸੀ और तलाशी जी है वो नहीं लैन दी गई। तस्वीरां भी मौके दी सामने आई ने किस तरह के तकरारबाजी हुई है। जलंधर तो बाद कपूरथला दे विच छड़ के आ जाती है रबड़ रोज नाम चाहिए बाद एंट्रियां पाते हैं। पुलिस फाइल क्यों नहीं खोल रहे? क्योंकि इन्हें कोई चोरी की कोई जिमनी नहीं। इतों उठना 4 दुकान तो बाद लाला फिर और फड़ ले घेर लेना भी तेरी दुकान ते भी क्या है समान चोरी का। कोई डीवीआर लाई है, डीवीआर खोली, इन्हों को कोई सर्च वारंट नहीं, इन्हों को कोई अरेस्ट वारंट नहीं है। 457 का पर्चा किया जाए क्योंकि इन्होंने आके मुंडे का मोबाइल भी खोया वा, डीवीआर भी इन्होंने लाई है। इन्हों को कोई जिमनी नहीं, कोई इन्हों को परमिशन नहीं दुकान चेक। ਅੱਗੇ ਵਧਦੇ ਹਾਂ ਤਾਂ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਵਿੱਚ ਦੇਰੀ ਤੇ ਮਾਨਸਾ ਪੁਲਿਸ ਦੀ ਫਜ਼ੀਹਤ ਨਜ਼ਰ ਆਈ ਹੈ। ਜੱਜ ਦੀ ਕੋਠੀ ਦੇ ਅੱਗੇ 5 ਘੰਟੇ ਦੱਸੀ ਕਿ ਪੁਲਿਸ ਖੜੀ ਰਹੀ ਹੈ। ਮੁਲਜ਼ਮਾਂ ਨੂੰ 3 ਘੰਟੇ ਦੀ ਦੇਰੀ ਦੇ ਨਾਲ ਪੁਲਿਸ ਲੈ ਕੇ ਆਈ ਹੈ ਔਰ ਦੀਪਕ ਮੁੰਡੀ ਦੇ ਸਮੇਤ 3 ਮੁਲਜ਼ਮਾਂ ਦੀ ਪੇਸ਼ੀ ਸੀ ਔਰ ਜਿਸ ਦੇ ਦੌਰਾਨ ਇਹ ਸਾਰਾ ਵਿਵਾਦ ਹੋਇਆ। 2 ਵਜੇ ਦੀ ਪੇਸ਼ੀ ਦਾ ਸਮਾਂ ਸੀ ਪਰ 5 ਵਜੇ ਤੋਂ ਬਾਅਦ ਪੁਲਿਸ ਪਹੁੰਚੀ ਹੈ। ਸੋ ਜਿਸ ਤੇ ਜੱਜ ਨੇ ਪੇਸ਼ੀ ਦੇ ਲਈ ਇੰਤਜ਼ਾਰ ਕਰਵਾਇਆ ਔਰ ਜੱਜ ਦਲਜੀਤ ਕੌਰ ਨੇ ਐਸਐਸਪੀ ਮਾਨਸਾ ਨੂੰ ਸੰਮਣ ਵੀ ਕੀਤਾ ਹੈ। ਸੂਤਰਾਂ ਦੇ ਮੁਤਾਬਿਕ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਬਾਬਤ ਸੰਮਣ ਕੀਤਾ ਗਿਆ। ਜੱਜ ਨੇ 3 ਘੰਟੇ ਦੇਰੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਐਕਸ਼ਨ ਦੇ ਲਈ ਕਿਹਾ। ਇਸ ਸਭ ਤੋਂ ਬਾਅਦ ਕਰੀਬ 9 ਵਜੇ ਮੁਲਜ਼ਮਾਂ ਦੀ ਪੇਸ਼ੀ ਹੋ ਸਕੀ ਹੈ ਤੇ ਜੱਜ ਨੇ ਦੀਪਕ ਮੁੰਡੀ ਦੇ ਸਣੇ 3 ਮੁਲਜ਼ਮਾਂ ਨੂੰ 4 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਤੇ ਵੀ ਭੇਜ ਦਿੱਤਾ। ਸੋ ਅੰਮ੍ਰਿਤਸਰ ਪੁਲਿਸ ਲੈਣਾ ਚਾਹੁੰਦੀ ਸੀ ਟ੍ਰਾਂਜ਼ਿਟ ਰਿਮਾਂਡ ਪਰ ਮੁੜਨਾ ਪਿਆ ਬੇਰੰਗ। ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਟ੍ਰਾਂਜ਼ਿਟ ਰਿਮਾਂਡ ਮੰਗਿਆ ਗਿਆ ਸੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪਰ ਬੇਰੰਗ ਮੁੜਨਾ ਪਿਆ। ਪਰ ਸਭ ਤੋਂ ਵੱਡਾ ਮਸਲਾ ਹੈ ਕਿ ਪੇਸ਼ੀ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ ਸੀ ਕਹਿ ਸਕਦੇ ਆ ਕਿ ਸਾਨੂੰ ਵੇਖਣ ਨੂੰ ਮਿਲਿਆ, ਜਿਸ ਤਰ੍ਹਾਂ ਦੇ ਨਾਲ ਸੰਮਨ ਤੱਕ ਜਾਰੀ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ, ਕਿਉਂਕਿ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਲਈ ਦੇਰੀ ਤੇ ਮਾਨਸਾ ਪੁਲਿਸ ਦੀ ਫਜ਼ੀਹਤ ਨਜ਼ਰ ਆਈ। ਸਭ ਤੋਂ ਬਾਅਦ ਅਸੀਂ ਕਿ ਕਰੀਬ 9 ਵਜੇ ਮੁਲਜ਼ਮਾਂ ਦੀ ਪੇਸ਼ੀ ਹੋ ਸਕੀ ਔਰ ਜੱਜ ਨੇ ਹਾਲਾਂਕਿ ਰਿਮਾਂਡ ਵੀ ਦੇ ਦਿੱਤਾ। ਪਰ ਸਭ ਤੋਂ ਵੱਡਾ ਮਸਲਾ ਇੱਥੇ ਆਖਿਰਕਾਰ ਇਹ ਹੈ ਕਿ 2 ਵਜੇ ਪੇਸ਼ੀ ਦਾ ਸਮਾਂ ਸੀ ਪਰ 5 ਵਜੇ ਤੋਂ ਬਾਅਦ ਪੁਲਿਸ ਪਹੁੰਚੀ ਹੈ, ਜਿਸ ਤੇ ਜੱਜ ਨੇ ਪੇਸ਼ੀ ਦੇ ਲਈ ਇੰਤਜ਼ਾਰ ਕਰਵਾਇਆ ਔਰ ਜੱਜ ਦਲਜੀਤ ਕੌਰ ਦੇ ਵੱਲੋਂ ਐਸਐਸਪੀ ਮਾਨਸਾ ਨੂੰ ਸੰਮਣ ਵੀ ਜਾਰੀ ਕਰ ਦਿੱਤਾ ਗਿਆ। ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਜੱਜ ਨੇ 3 ਘੰਟੇ ਦੇਰੀ ਦੇ ਨਾਲ ਅਫਸਰਾਂ ਦੇ ਖਿਲਾਫ ਐਕਸ਼ਨ ਦੇ ਲਈ ਕਿਹਾ ਔਰ ਇਸ ਸਭ ਤੋਂ ਬਾਅਦ ਕਰੀਬ 9 ਵਜੇ ਇਹ ਪੇਸ਼ੀ ਹੋਈ ਹੈ ਤਾਂ ਜੱਜ ਨੇ ਇਹਨਾਂ ਨੂੰ 4 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਤੇ ਵੀ ਭੇਜ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਦੱਸਦੀ ਕਿ ਟ੍ਰਾਂਜ਼ਿਟ ਰਿਮਾਂਡ ਲੈਣਾ ਚਾਹੁੰਦੀ ਸੀ ਪਰ ਉਹਨਾਂ ਨੂੰ ਬੇਰੰਗ ਪਰਤਣਾ ਪਿਆ। ਸੋ ਜੱਜ ਦਲਜੀਤ ਕੌਰ ਦਾ ਜ਼ਿਕਰ ਕੀਤਾ ਜਾਏ ਤਾਂ ਉਹਨਾਂ ਦੇ ਵੱਲੋਂ ਐਸਐਸਪੀ ਮਾਨਸਾ ਨੂੰ ਸੰਮਨ ਜਾਰੀ ਕਰ ਦਿੱਤੇ ਗਏ ਨੇ। ਹਾਲਾਂਕਿ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਆਖਿਰਕਾਰ ਕੀ ਕੁਝ ਕਾਰਨ ਰਿਹਾ ਪੇਸ਼ੀ ਤੇ ਦੇਰੀ ਨਾਲ ਪਹੁੰਚਣ ਦੇ ਲਈ। ਅੱਗੇ ਵਧਦੇ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਹੈ ਅੱਜ ਔਰ ਬਠਿੰਡਾ ਕੋਰਟ ਦੇ ਵਿੱਚ ਪੁਲਿਸ ਪੇਸ਼ ਕਰੇਗੀ। ਅੱਜ ਖਤਮ ਹੋ ਰਿਹਾ 12 ਦਿਨ ਦਾ ਰਿਮਾਂਡ। 12 ਦਿਨ ਦਾ ਰਿਮਾਂਡ ਲਾਰੈਂਸ ਬਿਸ਼ਨੋਈ ਦਾ ਖਤਮ ਹੋ ਰਿਹਾ। ਕਾਰੋਬਾਰੀ ਤੋਂ ਰੰਗਦਾਰੀ ਮੰਗਣ ਅਤੇ ਘਰ ਤੇ ਹਮਲੇ ਦਾ ਇਹ ਸਾਰਾ ਮਾਮਲਾ ਹੈ। ਸੋ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਸੀ। ਪਹਿਲਾਂ ਟ੍ਰਾਂਜ਼ਿਟ ਰਿਮਾਂਡ ਲਿਆ ਗਿਆ ਸੀ, ਉਸ ਤੋਂ ਬਾਅਦ ਪੇਸ਼ ਕਰਕੇ ਰਿਮਾਂਡ ਜਿਹੜੇ ਨੇ ਉਹ ਲਗਾਤਾਰ ਲਏ ਜਾ ਰਹੇ ਨੇ। ਪਹਿਲਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਤਾਂ ਉਸ ਤੋਂ ਬਾਅਦ ਵੱਖ-ਵੱਖ ਹੋਰ ਸਾਰੇ ਮਾਮਲੇ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਨੇ ਔਰ ਉਹਨਾਂ ਤੇ ਵੱਖ-ਵੱਖ ਪੁਲਿਸ ਜਿਹੜੀ ਹੈ ਉਹ ਲੈ ਚੁੱਕੀ ਹੈ ਲਾਰੈਂਸ ਬਿਸ਼ਨੋਈ ਦਾ ਰਿਮਾਂਡ। ਅਸੀਂ ਕਿ ਹੁਸ਼ਿਆਰਪੁਰ ਪੁਲਿਸ ਦਾ ਜ਼ਿਕਰ ਕੀਤਾ ਜਾਏ, ਅੰਮ੍ਰਿਤਸਰ ਪੁਲਿਸ ਦਾ ਜ਼ਿਕਰ ਕੀਤਾ ਜਾਏ ਤੇ ਹੋਰ ਪੁਲਿਸ ਜ਼ਿਲ੍ਹਿਆਂ ਦੀ ਜਿਹੜੀ ਹੈ ਉਹ ਰਿਮਾਂਡ ਲੈ ਚੁੱਕੀ ਹੈ। ਤਾਂ ਹੁਣ ਬਠਿੰਡਾ ਕੋਰਟ ਦੇ ਵਿੱਚ ਦੱਸਦੀ ਕਿ ਪੇਸ਼ ਕੀਤਾ ਜਾਣਾ ਹੈ ਕਿਉਂਕਿ ਬਠਿੰਡਾ ਪੁਲਿਸ ਦੇ ਕੋਲ ਇਸ ਵੇਲੇ ਰਿਮਾਂਡ ਤੇ ਲਾਰੈਂਸ ਬਿਸ਼ਨੋਈ। ਹਾਲਾਂਕਿ ਲਗਾਤਾਰ ਸੀਆਈਏ ਸਟਾਫ ਖਰੜ ਦੇ ਵਿੱਚ ਹੀ ਰੱਖਿਆ ਗਿਆ ਸੁਰੱਖਿਆ ਦੇ ਕਾਰਨਾਂ ਕਰਕੇ, ਪਰ ਹੁਣ ਵੇਖਣਾ ਹੋਏਗਾ ਕਿ 12 ਦਿਨ ਦੇ ਰਿਮਾਂਡ ਤੋਂ ਬਾਅਦ ਜਦੋਂ ਪੇਸ਼ੀ ਅੱਜ ਤਾਂ ਅੱਗੇ ਕੀ ਕੁਝ ਕਾਰਵਾਈ ਕੋਰਟ ਦੀ ਰਹਿੰਦੀ ਹੈ, ਕੀ ਕੁਝ ਹੁਕਮ ਸੁਣਾਏ ਜਾਂਦੇ ਨੇ। ਤਾਂ ਕਾਰੋਬਾਰੀ ਤੋਂ ਰੰਗਦਾਰੀ ਮੰਗਣ ਤੇ ਘਰ ਤੇ ਹਮਲੇ ਦਾ ਇਹ ਸਾਰਾ ਮਾਮਲਾ ਸੀ ਜਿਸ ਮਾਮਲੇ 'ਚ ਫਿਲਹਾਲ ਰਿਮਾਂਡ ਭੁਗਤ ਰਿਹਾ ਸੀ ਲਾਰੈਂਸ ਬਿਸ਼ਨੋਈ। ਤਾਂ ਲਾਰੈਂਸ ਦੇ ਵਕੀਲ ਦਾ ਵੱਡਾ ਦਾਅਵਾ ਵੀ ਹੈ ਕਿ ਪੇਸ਼ੀ ਦੇ ਦੌਰਾਨ ਲਾਰੈਂਸ ਤੇ ਹਮਲਾ ਹੋ ਸਕਦਾ ਹੈ। ਸਾਨੂੰ ਲਾਰੈਂਸ ਤੇ ਹਮਲੇ ਅਤੇ ਇਨਪੁਟ ਮਿਲੇ ਨੇ। ਵਕੀਲ ਦਾ ਵੱਡਾ ਦਾਅਵਾ ਹੈ ਭੱਜਣ ਦਾ ਬਹਾਨਾ ਲਾ ਕੇ ਐਨਕਾਊਂਟਰ ਕੀਤਾ ਜਾ ਸਕਦਾ ਹੈ। ਵਿਰੋਧੀ ਗੈਂਗ ਨੂੰ ਹਮਲਾ ਕਰਨ ਦਾ
मौका दिता जा सकता है। सो बठिंडा पुलिस की कस्टडी दे विच है लॉरेंस बिश्नोई। ਤਾਂ लगातार इनपुट्स ਜਿਹੜੀਆਂ ਨੇ ਉਹ ਪੁਲਿਸ ਨੂੰ ਵੀ ਮਿਲ ਰਹੀਆਂ ਨੇ। लगातार इनपुट्स ਜਿਹੜੀਆਂ ਨੇ ਉਹ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਿ ਆਖਰਕਾਰ ਹਮਲਾ ਹੋ ਸਕਦਾ। ਤਾਂ ਪਿਛਲੇ ਦਿਨਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ, ਬੇਸ਼ੱਕ ਲॉरेंस ਬਿਸ਼ਨੋਈ ਹੋਵੇ ਜਾਂ ਫਿਰ ਜੱਗੂ ਭਗਵਾਨਪੁਰੀਆ ਹੋਏ। ਤਾਂ ਹੁਣ ਲॉरेंस ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਪੇਸ਼ੀ ਦੇ ਦੌਰਾਨ, ਦੱਸਦੀ ਕਿ ਲॉरेंस ਤੇ ਹਮਲਾ ਹੋ ਸਕਦਾ ਹੈ, ਦਾਅਵਾ ਕੀਤਾ ਗਿਆ ਔਰ ਸਾਨੂੰ ਲॉरेंस ਦੇ ਹਮਲੇ ਦੇ ਇਨਪੁਟ ਮਿਲੇ ਨੇ। ਇਹ ਵੀ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਭੱਜਣ ਦਾ ਬਹਾਨਾ ਲਾ ਕੇ ਐਨਕਾਊਂਟਰ ਕੀਤਾ ਜਾ ਸਕਦਾ ਹੈ, ਵਿਰੋਧੀ ਗੈਂਗ ਨੂੰ ਹਮਲਾ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਯਾਨੀ ਕਿ ਦੋ ਤਰੀਕਿਆਂ ਦੇ ਨਾਲ ਇਹ ਕਾਰਵਾਈ ਹੋ ਸਕਦੀ ਹੈ, ਵਕੀਲ ਦੇ ਵੱਲੋਂ ਖਦਸ਼ਾ ਜਤਾਇਆ ਗਿਆ। मेरे क्लाइंट लॉरेंस बिश्नोई जो पिछले 13 जून से पंजाब पुलिस की कस्टडी में है और पिछले 12 दिन से पंजाब पुलिस ने बठिंडा की एक झूठी एफआईआर के अंदर में उनका रिमांड हासिल किया हुआ है, उनको लेके मेरे पास एक स्ट्रॉन्ग इंफॉर्मेशन इनपुट है कि पंजाब पुलिस एक कॉन्स्पिरेसी के तहत जब कल बठिंडा का रिमांड खत्म होने के बाद उनको कल 24 तारीख को बठिंडा कोर्ट में प्रोड्यूस करेगी तो उनके साथ कोई ना कोई मिसहैपनिंग की जाएगी। पंजाब पुलिस एक कॉन्स्पिरेसी के तहत अपने ही आदमियों को वहां पे कुछ एजेंसी के लोगों के साथ में इन्वॉल्व करके ये दिखाने की कोशिश करेगी कि मेरे क्लाइंट लॉरेंस बिश्नोई ने कस्टडी से भागने की कोशिश की और उनका फेक एनकाउंटर किया जा सकता है। इसके अलावा वो सिक्योरिटी ब्रीच कर सकती है और राइवल गैंग्स को मौका दिया जा सकता है कि वो किसी तरीके से मेरे क्लाइंट लॉरेंस बिश्नोई पे हमला करके उसको जान से मार दें। पूरी पंजाब पुलिस को एक अवेयर करना चाहता हूं कि वो किसी प्रकार से इस बात के कोई भी एश्योरेंस को ब्रीच करने की कोशिश ना करे, नहीं तो उनको यहां पे कॉन्सिक्वेंसेस फेस करने पड़ेंगे। उनको इस बात का जवाब ऑनरेबल सुप्रीम कोर्ट के सामने 27 तारीख को देना पड़ेगा कि किस तरह से उनकी स्टोरी में लैप्स हुआ। ਅੱਗੇ ਵਧਿਆ ਤਾਂ ਕੁਰੂਕਸ਼ੇਤਰ ਦਾ ਜ਼ਿਕਰ ਕਰਾਂਗੇ ਜਿੱਥੇ ਕਿ ਕਿਸਾਨਾਂ ਦਾ ਧਰਨਾ ਜਾਰੀ ਹੈ। ਕੱਲ ਤੋਂ ਜਾਮ ਕੀਤਾ ਹੋਇਆ ਦਿੱਲੀ ਅੰਮ੍ਰਿਤਸਰ ਹਾਈਵੇ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਿਸਾਨਾਂ ਦਾ ਇਹ ਧਰਨਾ ਪੂਰੀ ਰਾਤ ਹਾਈਵੇ ਤੇ ਹੀ ਡਟੇ ਰਹੇ ਨੇ ਕਿਸਾਨ ਔਰ ਪ੍ਰਸ਼ਾਸਨ ਦੇ ਨਾਲ ਦੱਸਦੇ ਕਿ 3 ਦੌਰ ਦੀ ਗੱਲਬਾਤ ਜਿਹੜੀ ਹੈ ਬੇਨਤੀਜਾ ਰਹੀ ਹੈ। 3 ਵਾਰ ਗੱਲਬਾਤ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਗੱਲਬਾਤ ਬੇਨਤੀਜਾ ਰਹੀ ਹੈ। ਤਾਂ ਮਸਲਾ ਹੈ ਕਿਸਾਨਾਂ ਦਾ ਔਰ ਕਿਸਾਨ ਜਿਹੜੇ ਨੇ ਉਹ ਧਰਨੇ ਤੇ ਬੈਠੇ ਹੋਏ ਨੇ। ਹਾਲਾਂਕਿ ਮੌਸਮ ਦਾ ਜ਼ਿਕਰ ਕੀਤਾ ਜਾਏ ਮੌਸਮ ਠੀਕ ਨਹੀਂ ਹੈ, ਬੀਤੇ 2-3 ਦਿਨਾਂ ਤੋਂ लगातार जी रुक रुक के बरसात पै रही है। तो उस तो बाद ये तस्वीरां भी सामने आईयां और तस्वीरां तुहानूं दिखा रहे हैं कि कुरुक्षेत्र दे विच किस तरह दे नाल किसानां दा धरना रात नूं भी जारी रहा है। कल तो दस कि दिल्ली अमृतसर हाईवे जाम किया हुआ है तो सुभाविक तौर पर कितना वड्डा आवाजाही ते असर पै रहा होएगा यह अंदाजा लगाया जा सकता है। तो झोने की सरकारी खरीद है जिस नूं लैके किसानां दा यह धरना और पूरी रात हाईवे ते डटे रहे ने किसान। तो दिल्ली अमृतसर हाईवे जाम किया हुआ अशोक यादव ने फोन लाइन से कुरुक्षेत्र तो। अशोक, क्या कुछ आपके पास जानकारी? देर रात तक ये धरना चलता रहा है, क्या कुछ और जानकारी प्रशासन की ओर से? और अब सुबह हो चुकी है, अभी तक लगातार धरना जारी है। बार बार यही मांग है कि धान की सरकारी खरीद शुरू की जाए, मगर वहीं प्रदेश सरकार कह रही है कि 1 अक्टूबर से धान की सरकारी खरीद शुरू होगी। इसको लेकर जो देश का नंबर 1 जिसे कहा जा सकता है दिल्ली अमृतसर नेशनल हाईवे वो पूरी तरह से जाम पड़ा हुआ है और कहीं ना कहीं इसका जो बुरा प्रभाव पड़ रहा है वो आने जाने वाले लोगों को पड़ रहा है। हजारों लोग जिनको जरूरी काम होता है वो दिल्ली जाते हैं और ना जाने कितने लोग जिनको कोई इलाज के लिए चंडीगढ़ पीजीआई जाना होता है उनको जाना होता है, मगर इस जाम की वजह से बड़ी दिक्कतों का सामना करना पड़ रहा है। और जगह जगह से यानी कि कहा जा सकता है अंबाला के पास से रूट को डाइवर्ट किया गया है और इधर दिल्ली से आने वाले लोगों के लिए करनाल के पास से रूट को डाइवर्ट किया गया है। जाहिर है जब किसान इतने भारी संख्या में जो नेशनल हाईवे दिल्ली अमृतसर नेशनल हाईवे वहां पर बैठे हुए हैं तो लोगों को भारी दिक्कतों का सामना करना पड़ रहा है। और 3 दौर की प्रशासन के साथ कल बातचीत हुई मगर वो बातचीत भी विफल रही। प्रशासन भी देर रात तक डटा रहा। जिले के तमाम अधिकारी एसपी, डीसी और एसडीएम सहित तमाम अधिकारी, कृषि विभाग के अधिकारी भी डटे रहे और तीनों दौर की बातचीत में जो अधिकारी है उन्होंने प्रदेश के तमाम जो हाई लेवल के अधिकारी हैं चंडीगढ़ में जो बैठते हैं जहां से निर्णय लिया जाता है, फैसला लिया जाता है, उनसे बातचीत भी करवाई मगर कोई बातचीत सिरे नहीं चढ़ी। अब फिर जाहिर है कि 10 बजे के बाद एक बार फिर प्रशासन से बातचीत करेगा और उम्मीद निकल सकती है कि शायद कोई निर्णय निकल कर सामने आए। मगर एक ही मांग है कि धान की जब तक सरकारी खरीद शुरू नहीं होगी तब तक किसान जीटी रोड से नहीं उठेंगे। जी ठीक है अशोक, धन्यवाद तमाम जानकारी के लिए। इंतजार है कि आखिरकार कदों गलबात प्रशासन के नाल होती है। 10 बजे के करीब क्या जा रहा है ये मुलाकात हो सकती है पर तस्वीरें भी साफ तौर पर जाहिर ने कि देर रात तक किस तरह के नाल धरना चलता रहा है और नेशनल हाईवे दिल्ली अमृतसर जो हाईवे है पूरी तरह से किसानों ने जाम किया हुआ है। किसानों की मांग है कि जो धान की सरकारी खरीद शुरू की जाए। देखिए बिल्कुल सामने किसान बैठे हुए हैं।
ਇਹ ਤਸਵੀਰਾਂ ਦਿੱਲੀ ਅੰਦੋਲਨ ਦੀਆਂ ਨਹੀਂ, ਕੁਰੂਕਸ਼ੇਤਰ ਦੀਆਂ ਨੇ। ਉਹ ਧਰਤੀ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ, ਹੁਣ ਕਿਸਾਨਾਂ ਅਤੇ ਪੁਲਿਸ ਦੀਆਂ ਝੜਪਾਂ ਦੀ ਗਵਾਹ ਬਣੀ ਹੈ। ਸਥਿਤੀ ਦਿੱਲੀ ਅੰਦੋਲਨ ਵਰਗੀ, ਪਰ ਮੰਗ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀ। ਵਰਦੇ ਵਿੱਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਸੀ। ਕਿਸਾਨਾਂ ਨੇ ਪਹਿਲਾਂ ਤਕਰੀਰਾਂ ਕੀਤੀਆਂ ਅਤੇ ਫਿਰ ਗੱਲ ਤਕਰਾਰ ਤੇ ਪਹੁੰਚ ਗਈ। ਕਿਸਾਨ ਜਿਹੜੇ ਪਹਿਲਾਂ ਹੀ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰੀ ਬੈਠੇ ਸੀ, ਟਰੈਕਟਰਾਂ ਸਣੇ ਪੁਲਿਸ ਨਾਲ ਭਿੜ ਗਏ ਤੇ ਇਲਜ਼ਾਮ ਲਾਏ ਗੱਲਬਾਤ ਤੋਂ ਬਾਅਦ ਵੀ ਖਰੀਦ ਸ਼ੁਰੂ ਨਾ ਕਰਵਾਉਣ ਦੇ। और इस दरमियान कल शाम से लेकर 5-6 दौर की बात भी हुई है, लेकिन प्रशासन या सरकार अपनी हठ धर्मता पर अड़ी हुई है। तो हम तो नहीं चाहते थे कि आम जनता परेशान हो, जीटी रोड जाम करे, लेकिन सुबह से लेकर 5 बार प्रशासन ने समय मांग लिया है। समय देने के बावजूद भी अब कोई हाँ या ना में जवाब नहीं आया। तो हमारे पास रास्ता ही केवल जीटी रोड था, जिसकी हमने कॉल दे रखी थी। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੀ ਇਸ ਅੰਦੋਲਨ 'ਚ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੇ ਜਾਣ ਤੱਕ ਹਾਈਵੇ ਜਾਮ ਰੱਖਣ ਦਾ ਅਲਟੀਮੇਟਮ ਦਿੱਤਾ। नहीं, उसमें कोई ज़्यादा बात नहीं हुई है। उसमें खाली इतनी बात हुई है कि भी हम प्रयास कर रहे हैं, हमारी बातचीत ऊपर जारी है, और अगर वो अधिकारी आपको बुलाना चाहें, आपसे मीटिंग करना चाहें, क्या आप कर सकते हो? तो हमने कहा कि ठीक है, लोगों की हम राय कर लेंगे, हमारा प्लस में है कि हम बातचीत कभी नहीं तोड़। ਅਸਲ 'ਚ ਕਿਸਾਨਾਂ ਦਾ ਇਲਜ਼ਾਮ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰ ਝੋਨਾ ਨਹੀਂ ਚੁੱਕ ਰਹੀ ਅਤੇ ਦੂਜਾ ਮੀਂਹ ਦੀ ਮਾਰ ਵੀ ਕਿਸਾਨਾਂ ਤੇ ਪੈ ਰਹੀ ਹੈ, ਜਿਸ ਕਾਰਨ ਖੇਤਾਂ ਤੇ ਮੰਡੀਆਂ 'ਚ ਝੋਨਾ ਖਰਾਬ ਹੋ ਰਿਹਾ ਹੈ। ਕੁਰੂਕਸ਼ੇਤਰ ਤੋਂ ਅਸ਼ੋਕ ਯਾਦਵ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ ਤਾਂ ਗੱਲ ਕਰਾਂਗੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਵਿਵਾਦ ਦੀ।